ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਸੰਗਤ ਜੀ ਕਥਾ ਗੁਰਬਾਣੀ ਵਿਚਾਰ। ਭਾਈ ਗੁਰਦਾਸ ਜੀ ਦੇ ਕਥਨ। ਮੇਲਿਓਂ ਬਾਬਾ ਉੱਠਿਆ ਮੁਲਤਾਨੇ ਦੀ ਜਰਿਆ ਤੇ ਜਾਈ, ਅੱਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ। ਬਾਬੇ ਕੱਢ ਕਰ ਬਗਲ ਤੇ ਚੰਬੇਲੀ ਦੁੱਧ ਵਿੱਚ ਮਲਾਈ, ਜਿਉਂ ਸਾਗਰ ਵਿੱਚ ਗੰਗ ਸਮਾਈ। ਅਰਥਾਤ ਸ਼ਿਵਰਾਤ ਦੇ ਮੇਲੇ ਤੋਂ ਉੱਠ ਕੇ ਗੁਰੂ ਬਾਬਾ ਜੀ ਮੁਲਤਾਨ ਦੀ ਯਾਤਰਾ ਕਰਨ ਚੱਲ ਪਏ। ਜਦ ਮੁਲਤਾਨ ਪਹੁੰਚੇ ਤਾਂ ਉੱਥੋਂ ਦੇ ਪੀਰਾਂ ਨੇ ਬਾਬਾ ਜੀ ਨੂੰ ਦੁੱਧ ਦਾ ਕਟੋਰਾ ਭਰ ਕੇ ਇਹ ਦੱਸਣ ਵਾਸਤੇ ਭੇਜਿਆ ਕਿ ਮੁਲਤਾਨ ਵਿੱਚ ਅੱਗੇ ਹੀ ਬਹੁਤ ਪੀਰ ਹਨ, ਤੁਹਾਡੀ ਇੱਥੇ ਸਮਾਈ ਨਹੀਂ ਹੈ। ਅੱਗੋਂ ਬਾਬਾ ਜੀ ਨੇ ਉਸ ਲੱਬਾ ਲੱਬ ਦੁੱਧ ਦੇ ਭਰੇ ਹੋਏ ਕਟੋਰੇ ਉੱਤੇ ਬਗਲੀ ਯਾਨੀ ਝੋਲੀ ਵਿੱਚੋਂ ਇੱਕ ਚੰਬੇਲੀ ਦਾ ਫੁੱਲ ਕੱਢ ਕੇ ਰੱਖ ਦਿੱਤਾ ਅਤੇ ਇਹ ਦਰਸਾਇਆ ਕਿ ਅਸੀਂ ਪੀਰਾਂ ਵਿੱਚ ਇਸ ਤਰ੍ਹਾਂ ਸਮਾ ਜਾਵਾਂਗੇ ਜਿਸ ਤਰ੍ਹਾਂ ਸਮੁੰਦਰ ਵਿੱਚ ਗੰਗਾ ਸਮਾ ਜਾਂਦੀ ਹੈ, ਅਤੇ ਇਸ ਫੁੱਲ ਵਾਂਗੂ ਅਡੋਲ ਟਿਕੇ ਰਵਾਂਗੇ। ਅਸੀਂ ਕਿਸੇ ਨੂੰ ਦੁੱਖ ਨਹੀਂ ਦੇਣ ਦੇਵਾਂਗੇ। ਪੀਰਾਂ ਨੇ ਗੁਰੂ ਜੀ ਦਾ ਇਹ ਸੁਝਾਅ ਵੇਖਿਆ ਤਾਂ ਉਹ ਪ੍ਰਸੰਨ ਹੋਏ। ਪੀਰ ਸ਼ਮਸਦੀਨ ਨੇ ਪੁੱਛਿਆ ਕਿ ਪੀਰ ਜੀ, ਮਨ ਨੂੰ ਮਾਰਨ ਵਾਸਤੇ ਮੈਂ ਬੜੇ ਕਠਿਨ ਤਪ ਕੀਤੇ ਹਨ, ਜਿਨ੍ਹਾਂ ਨਾਲ ਮੇਰਾ ਸਰੀਰ ਸੁੱਕ ਕੇ ਤੀਲਾ ਹੋ ਗਿਆ ਹੈ, ਪਰ ਮਨ ਫੇਰ ਵੀ ਇੱਕ ਛਿਣ ਭਰ ਨਹੀਂ ਠਹਿਰਦਾ। ਇਸ ਨੂੰ ਮਾਰਨ ਦਾ ਤਰੀਕਾ ਦੱਸੋ। ਗੁਰੂ ਜੀ ਨੇ ਕਿਹਾ, ਵਰਮੀ ਨੂੰ ਮਾਰਨ ਨਾਲ ਸੱਪ ਨਹੀਂ ਮਰਦਾ, ਸੱਪ ਮੰਤਰਾਂ ਨਾਲ ਹੀ ਵਸਦਾ ਹੈ। ਯਾਨੀ ਕਿ ਸੱਪ ਮੰਤਰਾਂ ਨਾਲ ਹੀ ਵਸ ਹੁੰਦਾ ਹੈ। ਜਗਤ ਦੇ ਪਦਾਰਥਾਂ ਨੂੰ ਝੂਠਾ ਜਾਣ ਕਰਕੇ ਉਹਨਾਂ ਦਾ ਕੋਈ ਸੰਕਲਪ ਤਥਾ ਇੱਛਾ ਕਰਨੀ ਚਾਹੀਦੀ ਹੈ। ਮਨ ਦੇ ਸੰਕਲਪ ਵਿਕਲਪਾਂ ਨੂੰ ਰੋਕਣ ਨਾਲ ਹੀ ਮਨ ਵਸ ਹੁੰਦਾ ਹੈ। ਹੋਰ ਕੋਈ ਜਪ ਆਦਿਕ ਸਾਧਨ ਇਸ ਨੂੰ ਵਸ ਕਰਨ ਦਾ ਨਹੀਂ ਹੈ। ਪੀਰ ਬਹਾਵਦੀਨ ਨੇ ਕਿਹਾ, ਪੀਰ ਜੀ, ਤੁਸੀਂ ਮਾਇਆ ਨੂੰ ਝੂਠ ਦੱਸਦੇ ਹੋ, ਪਰ ਇਸ ਤੋਂ ਬਿਨਾਂ ਸੰਸਾਰ ਦਾ ਕੋਈ ਕੰਮ ਨਹੀਂ ਜੇ ਹੁੰਦਾ। ਗੁਰੂ ਜੀ ਨੇ ਕਿਹਾ, ਜਿਵੇਂ ਮਾਇਆ ਝੂਠੀ ਹੈ ਤਿਵੇਂ ਹੀ ਇਸ ਦੇ ਵਿਹਾਰੀ ਵੀ ਝੂਠੇ ਹਨ। ਪਰਮੇਸ਼ਰ ਦਾ ਨਾਮ ਸਦਾ ਹੀ ਸੱਚ ਹੈ, ਉਸ ਨੂੰ ਹਿਰਦੇ ਵਿੱਚ ਵਸਾਓ, ਤੁਹਾਡੇ ਸਾਰੇ ਕਾਰਜ ਪੂਰੇ ਹੋਣਗੇ। ਫਿਰ ਰੁਕਮਦੀਨ ਨੇ ਪੁੱਛਿਆ, ਜੀ ਸੰਤਾਂ ਦੇ ਕੀ ਲੱਛਣ ਹੁੰਦੇ ਹਨ? ਗੁਰੂ ਜੀ ਨੇ ਕਿਹਾ, ਪਹਿਲੀ ਗੱਲ ਇਹ ਹੈ ਕਿ ਸੰਤ ਪਰਾਏ ਗੁਣ ਨੂੰ ਸੁਣ ਕੇ ਪ੍ਰਸੰਨ ਹੁੰਦੇ ਹਨ ਅਤੇ ਗੁਣਵਾਨਾਂ ਦੀ ਸੇਵਾ ਕਰਦੇ ਹਨ। ਪਰਾਈ ਇਸਤਰੀ ਨੂੰ ਬੁਰੀ ਨਜ਼ਰ ਨਾਲ ਨਹੀਂ ਵੇਖਦੇ, ਬੁਰੇ ਪੁਰਸ਼ਾਂ ਦੀ ਸੰਗਤ ਨਹੀਂ ਕਰਦੇ, ਵੈਰੀ ਮਿੱਤਰ ਨੂੰ ਇੱਕ ਬਰਾਬਰ ਜਾਣਦੇ ਹਨ, ਸੋਗ ਹਰਖ ਤੇ ਆਦਰ ਨਿਰਾਦਰ ਨੂੰ ਸਮਾਨ ਜਾਣਦੇ ਹਨ, ਪਰਮੇਸ਼ਰ ਦੇ ਸਿਮਰਨ ਵਿੱਚ ਲੀਨ ਰਹਿੰਦੇ ਹਨ। ਗੁਰੂ ਜੀ ਨੇ ਕਿਹਾ, ਪੁਰਸ਼ ਨੂੰ ਪਰਮੇਸ਼ਰ ਦਾ ਨਾਮ ਜਪਣਾ ਅਤੇ ਭੈ ਰੱਖਣਾ, ਸੰਤਾਂ ਦੀ ਸੰਗਤ ਕਰਨੀ, ਮਨ ਵਿੱਚੋਂ ਵਿਕਾਰਾਂ ਦੇ ਸੰਕਲਪਾਂ ਨੂੰ ਮਾਰਨਾ ਹੀ ਇੱਕੋ ਇੱਕ ਆਪਣੇ ਉਧਾਰ ਦਾ ਸਾਧਨ ਹੈ। ਇਸ ਪ੍ਰਕਾਰ ਆਪ ਜੀ ਦੇ ਬਚਨ ਸੁਣ ਕੇ ਪੀਰਾਂ ਨੇ ਆਪ ਜੀ ਨੂੰ ਨਮਸਕਾਰ ਕੀਤੀ ਅਤੇ ਕਿਹਾ ਕਿ ਆਪ ਧੰਨ ਹੋ, ਜਿਨ੍ਹਾਂ ਨੇ ਸੱਚਾ ਉਪਦੇਸ਼ ਦੇ ਕੇ ਕਲਯੁਗੀ ਕਰੋੜਾਂ ਜੀਵਾਂ ਦਾ ਉਧਾਰ ਕੀਤਾ ਹੈ। ਜੈਸਾ ਕਿ ਭਾਈ ਗੁਰਦਾਸ ਜੀ ਲਿਖਦੇ ਹਨ, ਜੇ ਆਰਤ ਕਰ ਮੁਲਤਾਨ ਦੀ, ਫਿਰ ਕਰਤਾਰਪੁਰੇ ਨੂੰ ਆਇਆ, ਚੜੇ ਸਵਾਈ ਦਹਿਦ ਹੀ ਕਲਯੁਗ ਨਾਮ ਧਿਆਇਆ। ਮੁਲਤਾਨ ਦੀ ਯਾਤਰਾ ਕਰਕੇ ਬਾਬਾ ਜੀ ਫਿਰ ਕਰਤਾਰਪੁਰ ਆ ਗਏ। ਕਲਯੁਗ ਵਿੱਚ ਆਪ ਜੀ ਨੇ ਕਰਤਾਰ ਦਾ ਨਾਮ ਜਪਾਇਆ। ਆਪ ਜੀ ਦੀ ਵਡਿਆਈ ਦਿਨੋਂ ਦਿਨ ਦੂਣ ਦਵਾਈ ਹੋ ਗਈ। ਕਰਤਾਰਪੁਰ ਬਿਰਾਜ ਕੇ ਗੁਰੂ ਜੀ ਆਪ ਖੇਤੀਬਾੜੀ ਦਾ ਕੰਮ ਕਰਦੇ ਅਤੇ ਅੰਨਦਾਣੇ ਦਾ ਆਪ ਜੀ ਦਾ ਸਦਾ ਲੰਗਰ ਚੱਲਦਾ ਰਹਿੰਦਾ। ਬੇਅੰਤ ਸਿੱਖ ਸੇਵਕ ਬਾਹਰੋਂ ਆਣ ਕੇ ਆਪ ਜੀ ਦੇ ਦਰਸ਼ਨ ਕਰਦੇ ਅਤੇ ਉਪਦੇਸ਼ ਲੈ ਕੇ ਆਪਣਾ ਜਨਮ ਸਫਲਾ ਕਰਦੇ। ਸ਼੍ਰੀ ਕਰਤਾਰਪੁਰ ਦੇ ਨਿਵਾਸ ਸਮੇਂ ਗੁਰੂ ਜੀ ਪਾਸੋਂ ਜਿਨ੍ਹਾਂ ਸਿੱਖਾਂ ਨੇ ਉਪਦੇਸ਼ ਧਾਰਨ ਕੀਤਾ, ਉਹਨਾਂ ਵਿੱਚੋਂ ਕੁਝ ਨਾਮ ਇਹ ਹਨ। ਭਾਈ ਬੁੱਢਾ ਜੀ, ਮਾਲੋ ਸ਼ੇਖ ਉਭਾਰੇ ਖਾਂ, ਅਦਰਮਹਨ, ਮੁੱਲਾ ਕਿਰਾੜ ਪਿਰਥਾ, ਖੇਡਾ ਪਿਰਥੀ ਮੱਲ, ਰਾਮਾ ਮਾਲੋ ਮੰਗੋ, ਕਾਲੂ ਭਗਤਾ ਉਹਰੀ, ਸੈਦਾ ਘਿਓ ਆਦਿ। ਸ਼੍ਰੀ ਲਹਿਣਾ ਜੀ ਸਾਲ ਦੇ ਸਾਲ ਸਤਸੰਗ ਨਾਲ ਮਿਲ ਕੇ ਦੇਵੀ ਦੇ ਦਰਸ਼ਨ ਕਰਨ ਜਾਂਦੇ ਹੁੰਦੇ ਸਨ।
ਇਸ ਵਾਰ ਜਦ ਆਪ ਜੀ ਕਰਤਾਰਪੁਰ ਪਾਸੋਂ ਲੰਘਣ ਲੱਗੇ ਤਾਂ ਗੁਰੂ ਜੀ ਦੀ ਬਹੁਤ ਮਹਿਮਾ ਸੁਣ ਕੇ ਦਰਸ਼ਨ ਕਰਨ ਵਾਸਤੇ ਆਏ। ਗੁਰੂ ਜੀ ਦੇ ਦਰਸ਼ਨ ਕਰਕੇ ਆਪ ਜੀ ਨੇ ਸੰਗ ਨੂੰ ਅੱਗੋਂ ਤੋੜ ਦਿੱਤਾ ਅਤੇ ਆਪ ਉੱਥੇ ਗੁਰੂ ਚਰਨਾਂ ਵਿੱਚ ਹੀ ਟਿਕ ਗਏ। ਕੁਝ ਦਿਨ ਸੇਵਾ ਅਤੇ ਦਰਸ਼ਨ ਕਰਕੇ ਮਨ ਵਿੱਚ ਵਿਚਾਰ ਆਈ ਕਿ ਘਰ ਜਾਣ ਦੀ ਆਗਿਆ ਦੇ ਦੇਣ ਤਾਂ ਮੈਂ ਇਹਨਾਂ ਨੂੰ ਅੰਤਰਜਾਮੀ ਜਾਣਾਂਗਾ। ਤਦ ਦੂਸਰੇ ਦਿਨ ਹੀ ਜਦ ਇਹ ਸੇਵਾ ਵਿੱਚ ਹਾਜ਼ਰ ਹੋਏ ਤਾਂ ਗੁਰੂ ਜੀ ਨੇ ਪੁੱਛਿਆ, ਪੁਰਖਾ ਤੇਰਾ ਘਰ ਕਿੱਥੇ ਹੈ ਅਤੇ ਤੇਰਾ ਨਾਮ ਕੀ ਹੈ? ਸ਼੍ਰੀ ਲਹਿਣਾ ਜੀ ਨੇ ਦੱਸਿਆ, ਮਹਾਰਾਜ ਮੇਰਾ ਨਗਰ ਖਡੂਰ ਹੈ ਅਤੇ ਮੇਰਾ ਨਾਮ ਲਹਿਣਾ ਹੈ। ਆਪ ਜੀ ਦੀ ਮਹਿਮਾ ਸੁਣ ਕੇ ਮੈਂ ਆਪ ਜੀ ਦੇ ਦਰਸ਼ਨ ਪਰਸਨ ਦੀ ਤਾਂਘ ਹੋਈ ਸੀ, ਜੋ ਆਪ ਜੀ ਨੇ ਕਿਰਪਾ ਕਰਕੇ ਪੂਰੀ ਕੀਤੀ ਹੈ। ਲਹਿਣਾ ਜੀ ਦੇ ਇਹ ਸ਼ਰਧਾ ਭਰੇ ਬਚਨ ਅਤੇ ਭਗਤੀ ਭਾਵ ਵਾਲੇ ਚਿਹਨ ਚੱਕਰ ਦੂਰ ਦ੍ਰਿਸ਼ਟੀ ਨਾਲ ਵੇਖ ਕੇ ਗੁਰੂ ਜੀ ਨੇ ਕਿਹਾ, ਤੂੰ ਲੈਣਾ ਹੈ ਤੇ ਅਸਾਂ ਦੇਣਾ ਹੈ। ਹੁਣ ਆਪਣੇ ਘਰ ਜਾਓ ਅਤੇ ਘਰ ਤੋਂ ਹੋ ਕੇ ਫਿਰ ਆਉਣਾ। ਇਹ ਬਚਨ ਸੁਣ ਕੇ ਲਹਿਣਾ ਜੀ ਬੜੇ ਪ੍ਰਸੰਨ ਹੋਏ ਕਿ ਇਹਨਾਂ ਨੇ ਮੇਰੇ ਦਿਲ ਦੀ ਗੱਲ ਜਾਣ ਲਈ ਹੈ। ਇਸ ਤਰ੍ਹਾਂ ਆਗਿਆ ਲੈ ਕੇ ਸ਼੍ਰੀ ਲਹਿਣਾ ਜੀ ਖਡੂਰ ਆ ਗਏ। ਕੁਝ ਦਿਨ ਪਰਿਵਾਰ ਨੂੰ ਮਿਲ ਕੇ ਲਹਿਣਾ ਜੀ ਫਿਰ ਕਰਤਾਰਪੁਰ ਗੁਰੂ ਜੀ ਪਾਸ ਆ ਗਏ ਅਤੇ ਰਾਤ ਦਿਨ ਗੁਰੂ ਜੀ ਦੀ ਸੇਵਾ ਵਿੱਚੋਂ ਮਨੋ ਤਣੋ ਹੋ ਕੇ ਲੱਗ ਪਏ। ਸ਼੍ਰੀ ਲਹਿਣਾ ਜੀ ਨੂੰ ਗੁਰਿਆਈ ਇਸ ਤਰ੍ਹਾਂ ਦਿੱਤੀ। ਗੁਰੂ ਜੀ ਨੇ ਕਈ ਵਾਰ ਆਪਣੇ ਸਾਰੇ ਪ੍ਰੇਮੀ ਸਿੱਖਾਂ ਨੂੰ ਪਰਖਣਾ ਕੀਤਾ ਅਤੇ ਗੁਰਗੱਦੀ ਦੇ ਯੋਗ ਸ਼੍ਰੀ ਲਹਿਣਾ ਜੀ ਦੀ ਗੱਦੀ ਤੇ ਬਿਠਾਲ ਕੇ 5 ਪੈਸੇ ਤੇ ਨਾਰੀਅਲ ਉਹਨਾਂ ਦੇ ਅੱਗੇ ਰੱਖ ਕੇ 3 ਪਰਿਕਰਮਾ ਕਰਕੇ ਪਹਿਲਾਂ ਆਪ ਮੱਥਾ ਟੇਕਿਆ ਅਤੇ ਫਿਰ ਸਾਰੀ ਸੰਗਤ ਪਾਸੋਂ ਮੱਥਾ ਟਿਕਾਇਆ। ਇਸ ਉਪਰੰਤ ਭਾਈ ਗੁਰਦਾਸ ਜੀ ਲਿਖਦੇ ਹਨ, ਥਾਪਿਆ ਲਹਿਣਾ ਜੀਵ ਦੇ ਗੁਰਿਆਈ, ਸਿਰ ਛਤਰ ਫਿਰਾਇਆ, ਜੋਤੀ ਜੋਤ ਮਿਲਾਏ ਕੈ ਸਤਿਗੁਰ ਨਾਨਕ ਰੂਪ ਵਟਾਇਆ, ਲਖ ਨ ਕੋਈ ਸਕੀਐ ਆਚਰਜੇ ਆਚਰਜ ਦਿਖਾਇਆ, ਕਾਇਆ ਪਲਟ ਸਰੂਪ ਬਣਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਕਥਾ ਸੁਣਾਉਣ ਸਮੇਂ ਜੇਕਰ ਦਾਸ ਕੋਲੋਂ ਕੋਈ ਭੁੱਲਣਾ ਹੋਈ ਹੋਵੇ ਤਾਂ ਦਾਸ ਨੂੰ ਮਾਫ ਕਰਨਾ, ਅਤੇ ਜੇਕਰ ਤੁਹਾਨੂੰ ਕਥਾ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਅੱਗੇ ਸ਼ੇਅਰ ਅਤੇ ਲਾਈਕ ਜ਼ਰੂਰ ਕਰਿਓ, ਅਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਵੀ ਕਰ ਲਓ ਤਾਂ ਕਿ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।